ਜੀ ਆਇਆਂ ਨੂੰ ਜੀ ਸਾਰਿਆਂ ਨੂੰ। ਅੱਜ ਦੇ ਇਸ ਆਡੀਓ ਪੋਡਕਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ ਧਿਆਨ ਬਾਰੇ, ਜਿਸ ਦੀ ਕਿ ਪਹਿਲਾਂ ਬਹੁਤ ਜ਼ਿਆਦਾ ਡਿਮਾਂਡ ਆ ਚੁੱਕੀ ਹੈ, ਕਿਹਾ ਜਾ ਚੁੱਕਿਆ ਕਿ ਮੈਡੀਟੇਸ਼ਨ ਕਿਸ ਤਰ੍ਹਾਂ ਕਰਨੀ ਆ ਜਾਂ ਕਿਸ ਤਰ੍ਹਾਂ ਧਿਆਨ ਲਗਾਇਆ ਜਾ ਸਕਦਾ। ਫਸਟ ਆਫ ਆਲ ਮੈਂ ਕਹਿਣਾ ਚਾਹੁੰਦਾ ਕਿ ਅਗਰ ਤੁਹਾਡੀ ਨੈਚੁਰਲ ਟੈਂਡੈਂਸੀ ਨਹੀਂ ਹੈ, ਕਹਿਣ ਦਾ ਭਾਵ ਅਗਰ ਤੁਹਾਡਾ ਝੁਕਾਅ ਕੁਦਰਤੀ ਤੌਰ ਵੱਲ ਇਸ ਵੱਲ ਨਹੀਂ ਹੈ, ਤਾਂ ਕਿਸੇ ਦੇ ਇਨਫਲੂਐਂਸ ਵਿੱਚ ਆ ਕੇ, ਕਿਸੇ ਦੇ ਪ੍ਰਭਾਵ ਵਿੱਚ ਆ ਕੇ ਜਾਂ ਕਿਸੇ ਨੂੰ ਦੇਖਾ ਦੇਖ ਤੁਸੀਂ ਇਹ ਚੀਜ਼ਾਂ ਨਾ ਕਰੋ ਤਾਂ ਚੰਗੀਆਂ। ਕੁਛ ਵੀ ਜ਼ਿੰਦਗੀ ਦੇ ਵਿੱਚ ਹੈ, ਕਿਸੇ ਨੂੰ ਦੇਖ ਕੇ ਜਾਂ ਕਿਸੇ ਪ੍ਰਭਾਵ ਵਿੱਚ ਆ ਕੇ ਨਾ ਕਰੋ ਤਾਂ ਚੰਗਾ, ਜਦੋਂ ਤੱਕ ਤੁਹਾਡੇ ਅੰਦਰੋਂ ਖੁਦ ਹੀ ਉਹ ਉਤਪੰਨ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਧਿਆਨ ਹੈ, ਜਦੋਂ ਆਪਣੇ ਆਪ ਤੁਸੀਂ ਉਸ ਟੈਂਡੈਂਸੀ 'ਤੇ ਆਓਗੇ, ਉਸ ਲੈਵਲ 'ਤੇ ਆਓਗੇ ਕਿ ਤੁਹਾਨੂੰ ਖੁਦ ਹੀ ਆਪਣੇ ਆਪ ਇਹ ਲੱਗੇ ਕਿ ਤੁਹਾਨੂੰ ਅੱਖਾਂ ਬੰਦ ਕਰਕੇ ਬੈਠਣਾ ਚਾਹੀਦਾ ਹੈ, ਕੁਝ ਸਮਾਂ ਆਪਣੇ ਖੁਦ ਨਾਲ ਬਿਤਾਉਣਾ ਚਾਹੀਦਾ, ਤੁਹਾਨੂੰ ਇਹ ਚੀਜ਼ਾਂ ਆਪਣੇ ਅੰਦਰੋਂ ਖੁਦ ਆਉਣ, ਨਾ ਕਿ ਮੈਂ ਕਹਿ ਰਿਹਾ ਜਾਂ ਕੋਈ ਹੋਰ ਕਹਿ ਰਿਹਾ, ਜਾਂ ਤੁਸੀਂ ਕੋਟਸ ਰੀਡ ਕਰ ਰਹੇ ਹੋ, ਜਾਂ ਤੁਸੀਂ ਇੰਟਰਨੈਟ 'ਤੇ ਇੰਸਟਾ 'ਤੇ ਤੁਸੀਂ ਉਹਦੇ ਨਾਲ ਪ੍ਰਭਾਵਿਤ ਹੋ ਰਹੇ ਹੋ, ਫਿਰ ਤੁਸੀਂ ਉਸ ਵੱਲ ਜਾ ਰਹੇ ਹੋ, ਇਹ ਨਹੀਂ। ਬਟ ਤੁਹਾਡੇ ਜੋ ਖੁਦ ਹੀ ਅੰਦਰੋਂ ਇਹ ਤੁਹਾਡੇ ਇੱਕ ਅਹਿਸਾਸ ਪੈਦਾ ਹੋ ਰਿਹਾ, ਤਾਂ ਉਦੋਂ ਕੁਛ ਵੀ ਤੁਸੀਂ ਕਰੋਗੇ, ਚਾਹੇ ਧਿਆਨ ਹੈ, ਚਾਹੇ ਕੋਈ ਕੰਮ ਹੈ, ਤਾਂ ਉਹ ਬਹੁਤ ਹੀ ਜ਼ਿਆਦਾ ਇੱਕ ਨਕੀਸ਼ੀ ਵੇ ਨਾਲ ਹੋਏਗਾ, ਜਾਂ ਕਹਿਣ ਦਾ ਭਾਵ ਬਹੁਤ ਹੀ ਐਫੀਸ਼ੀਐਂਟ ਤਰੀਕੇ ਦੇ ਨਾਲ ਉਹ ਅੱਗੇ ਵਧੇਗਾ ਅਤੇ ਉਸਦੀ ਗਰੋਥ ਬਹੁਤ ਜ਼ਿਆਦਾ ਹੋਏਗੀ। ਇਹ ਹਮੇਸ਼ਾ ਨੈਚੁਰਲ ਟੈਂਡੈਂਸੀ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਧਿਆਨ ਬਾਰੇ, ਕਿਸ ਤਰ੍ਹਾਂ ਤੁਸੀਂ ਧਿਆਨ ਕਰ ਸਕਦੇ ਹੋ ਜਾਂ ਮੈਡੀਟੇਸ਼ਨ ਕਰ ਸਕਦੇ ਹੋ ਜੋ ਚਾਹਵਾਨ ਨੇ। ਇਸ ਦੇ ਲਈ ਕੋਈ ਵੱਡੇ ਜੰਜਾਲ ਖੜ੍ਹੇ ਕਰਨ ਦੀ ਜ਼ਰੂਰਤ ਨਹੀਂ ਹੈ, ਕੋਈ ਵੱਡੀਆਂ ਪੈਰਿਆਂ ਬੇੜੀਆਂ ਪਾਉਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਆਹ ਪ੍ਰਕਿਰਿਆ ਕਰੋ, ਇੱਦਾਂ ਦਾ ਇਨਵਾਇਰਮੈਂਟ ਬਣਾਓ, ਇੱਥੇ ਬੈਠੋ, ਆਹ ਮੰਦਿਰ 'ਚ ਆਓ, ਆਹ ਗੁਰਦੁਆਰੇ 'ਚ ਆਓ, ਜਾਂ ਕਿਸੇ ਆਹ ਸਥਾਨ 'ਤੇ ਬੈਠੋ, ਆਹ ਪੇੜ ਹੇਠ ਬੈਠੋ, ਇੱਦਾਂ ਦਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ। ਸਿੰਪਲ ਜੋ ਤੁਹਾਨੂੰ ਉਹਦੀ ਬਹੁਤ ਹੀ ਜ਼ਿਆਦਾ ਇੱਕ ਕੰਫਰਟੇਬਲ ਪਲੇਸ ਲੱਗਦੀ ਹੈ ਅਤੇ ਕੰਫਰਟੇਬਲ ਪੋਜੀਸ਼ਨ ਲੱਗਦੀ ਹੈ, ਜਿਸ ਦੇ ਵਿੱਚ ਤੁਸੀਂ ਖੁਦ ਨੂੰ ਬਹੁਤ ਹੀ ਜ਼ਿਆਦਾ ਸੁਖਾਈ ਦੇ ਵਿੱਚ ਮਹਿਸੂਸ ਕਰਦੇ ਹੋ। ਜਿੱਦਾਂ ਬੈਠਣ ਦੇ ਵਿੱਚ ਉਸ ਤਰ੍ਹਾਂ ਬੈਠੋ, ਚਾਹੇ ਲੇਟੋ, ਚਾਹੇ ਪਲਾਂਥੀ 'ਚ ਬੈਠੋ, ਤੁਸੀਂ ਚਾਹੇ ਲੇਟ ਜਾਓ, ਚਾਹੇ ਕੁਰਸੀ ਦੇ ਉੱਪਰ ਬੈਠਦੇ ਹੋ, ਚਾਹੇ ਘਾਹ 'ਤੇ ਬੈਠਦੇ ਹੋ, ਨੀਚੇ, ਜਿੱਦਾਂ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਅਤੇ ਜਿਹੜੀ ਤੁਹਾਡੀ ਕੰਫਰਟੇਬਲ ਪਲੇਸ ਲੱਗਦੀ ਆ। ਉਹ ਇਨਵਾਇਰਮੈਂਟ ਵੀ ਤੁਹਾਡੇ ਲਈ ਕੰਫਰਟੇਬਲ ਹੋਣਾ ਚਾਹੀਦਾ, ਉੱਦਾਂ ਦਾ ਇਨਵਾਇਰਮੈਂਟ, ਹੋਰ ਕੁਛ ਵੀ ਨਹੀਂ ਚਾਹੀਦਾ। ਉਹਦੇ ਲਈ ਇੱਕ ਕੰਫਰਟੇਬਲ ਜਗ੍ਹਾ ਦੇ ਵਿੱਚ ਆ ਕੇ ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣੇ ਅੱਖਾਂ ਬੰਦ ਕਰਦੇ ਹੋਏ ਜੋ ਵੀ ਵਿਚਾਰ ਆਉਣ ਜਾਂ ਜੋ ਵੀ ਥਾਟਸ ਕ੍ਰੀਏਟ ਹੋਣ ਜਾਂ ਜੋ ਵੀ ਮਨ ਦੇ ਵਿੱਚ ਗੱਲਾਂ ਆਉਣ, ਉਹਨਾਂ ਨੂੰ ਦੇਖਣਾ ਸ਼ੁਰੂ ਕਰ ਸਕਦੇ ਹੋ। ਤੁਸੀਂ ਹੌਲੀ ਹੌਲੀ ਆਪਣੇ ਸਰੀਰ ਦੇ ਉੱਪਰ ਧਿਆਨ ਲਿਆਉਂਦੇ ਹੋਏ, ਸਿਰ ਤੋਂ ਲੈ ਕੇ ਪੈਰਾਂ ਤੱਕ, ਮੱਥੇ 'ਤੇ ਅੱਖਾਂ ਨੂੰ ਢਿੱਲੀਆਂ ਛੱਡਦੇ ਹੋਏ, ਕੰਨਾਂ ਨੂੰ ਢਿੱਲੇ ਛੱਡਦੇ ਹੋਏ, ਪ੍ਰੈਸ਼ਰ, ਧੌਣ ਦਾ ਪ੍ਰੈਸ਼ਰ ਹਟਾਉਂਦੇ ਹੋਏ, ਆਪਣਿਆਂ ਮੋਢਿਆਂ ਨੂੰ ਰਿਲੈਕਸ ਕਰਦੇ ਹੋਏ, ਸਰੀਰ ਨੂੰ ਰਿਲੈਕਸ ਕਰਦੇ, ਪੂਰਾ ਪੇਟ ਨੂੰ ਰਿਲੈਕਸ ਕਰਦੇ, ਲੱਤਾਂ ਬਾਹਾਂ ਨੂੰ ਰਿਲੈਕਸ ਕਰਦੇ ਹੋਏ ਪੂਰਾ ਉਸ ਨੂੰ ਢਿੱਲਾ ਛੱਡ ਸਕਦੇ ਹੋ। ਤੁਸੀਂ ਪੂਰਾ ਢਿੱਲਾ ਛੱਡਣ ਤੋਂ ਬਾਅਦ ਤੁਸੀਂ ਉਸੇ ਪੋਜੀਸ਼ਨ ਦੇ ਵਿੱਚ ਬੈਠੇ ਹੋ, ਤਾਂ ਤੁਸੀਂ ਆਪਣੇ ਥਾਟਸ ਨੂੰ ਵੀ ਦੇਖ ਸਕਦੇ ਹੋ ਕਿ ਕੀ ਥਾਟਸ ਆ ਰਹੇ ਨੇ, ਹੁਣ ਕੀ ਮਨ ਦੇ ਵਿੱਚ ਫੁਰਨਾ ਆ ਰਿਹਾ ਕਿ ਮੈਨੂੰ ਇਹ ਕਰਨਾ ਚਾਹੀਦਾ, ਜਾਂ ਮੈਨੂੰ ਉਹ ਕਰਨਾ ਚਾਹੀਦਾ, ਜਾਂ ਮੈਨੂੰ ਉੱਠ ਜਾਣਾ ਚਾਹੀਦਾ, ਜਾਂ ਕਿਸੇ ਬਾਰੇ ਗੱਲ ਆ ਰਹੀ ਹੈ, ਜਾਂ ਕਿਸੇ ਬਾਰੇ ਥਾਟ ਆ ਰਿਹਾ। ਅਗਰ ਇਹ ਥਾਟ ਪ੍ਰੋਸੈਸ ਜ਼ਿਆਦਾ ਹੀ ਕੰਪਲੈਕਸ ਲੱਗੇ ਤੁਹਾਨੂੰ, ਮੇਰੇ ਕਹਿਣ ਦਾ ਭਾਵ ਕਿ ਅਗਰ ਤੁਸੀਂ ਇਸ ਥਾਟ ਪ੍ਰੋਸੈਸ ਨੂੰ ਦੇਖ ਨਾ ਸਕੋ, ਸਗੋਂ ਉਹਦੇ ਵਿੱਚ ਉਲਝ ਰਹੇ ਹੋਵੋ, ਕਿ ਤੁਹਾਨੂੰ ਉਹ ਥਾਟਸ ਤੰਗ ਕਰ ਰਹੇ ਹੋਣ ਅਤੇ ਉਹ ਫੁਰਨੇ ਤੁਹਾਡੇ ਸਟਰੋਂਗ ਹੋ ਰਹੇ ਹੋਣ ਵੀ ਤੁਹਾਨੂੰ ਉੱਠਣਾ ਚਾਹੀਦਾ, ਤਾਂ ਤੁਸੀਂ ਆਪਣਾ ਜੋ ਸਾਹ ਹੈ ਉਹਦੇ ਉੱਪਰ ਤੁਸੀਂ ਧਿਆਨ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਸਾਹ ਅੰਦਰ ਜਾਂਦਾ ਹੈ ਅਤੇ ਕਿਸ ਤਰ੍ਹਾਂ ਸਾਹ ਆਪਣਾ ਬਾਹਰ ਜਾਂਦਾ ਹੈ, ਕਿਸ ਤਰ੍ਹਾਂ ਸਾਹ ਫਿਰ ਅੰਦਰ ਜਾਂਦਾ, ਕਿਸ ਤਰ੍ਹਾਂ ਫਿਰ ਸਾਹ ਬਾਹਰ ਜਾਂਦਾ। ਕੋਈ ਰੁਕਾਵਟ ਪੈਦਾ ਨਹੀਂ ਕਰਨੀ, ਕੋਈ ਸਾਹ ਨੂੰ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਸਿਰਫ ਉਹਨੂੰ ਦੇਖਣਾ ਹੈ। ਅਗਰ ਤੁਸੀਂ ਆਪਣੇ ਮਨ ਨੂੰ ਨਹੀਂ ਦੇਖ ਪਾ ਰਹੇ, ਤਾਂ ਤੁਸੀਂ ਸਾਹ ਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਅੰਦਰ ਬਾਹਰ ਜਾ ਰਿਹਾ ਹੈਗਾ। ਬਰੀਦਿੰਗ ਮੈਡੀਟੇਸ਼ਨ ਹੈ ਇਹ, ਅਤੇ ਸਿੰਪਲ ਤੁਸੀਂ ਉੱਥੇ ਬੈਠੇ ਰਹਿ ਸਕਦੇ ਹੋ ਇਸੇ ਦੇ ਨਾਲ। ਸ਼ੁਰੂਆਤੀ ਲਈ ਤੁਸੀਂ 10 ਤੋਂ 15 ਮਿੰਟ ਤੋਂ ਸਟਾਰਟ ਕਰ ਸਕਦੇ ਹੋ, ਅੱਧੇ ਘੰਟੇ ਤੱਕ ਲਿਜਾ ਸਕਦੇ ਹੋ ਇਹਨੂੰ, ਉਸ ਤੋਂ ਅੱਗੇ ਵੀ ਜਾ ਸਕਦੇ ਹੋ। ਬਟ ਨੈਚੁਰਲ ਵੇ ਦੇ ਵਿੱਚ ਜਿੰਨਾ ਹੋਏ, ਆਪਣੇ ਆਪ ਹੋਏ, ਉਹ ਚੰਗਾ ਹੁੰਦਾ ਹੈ।
ਕੋਈ ਜ਼ਿਆਦਾ ਬੰਨ੍ਹ ਕੇ ਇਹਨੂੰ ਕੰਡੀਸ਼ਨ ਨਾ ਬਣਾਓ, ਇੱਕ ਇਹਦੇ ਨਾਲ ਆਲੇ ਦੁਆਲੇ ਬਾਉਂਡਰੀ ਨਾ ਕ੍ਰੀਏਟ ਕਰੋ, ਇੱਦਾਂ ਕਰਨਾ ਹੀ ਕਰਨਾ, ਇੰਨਾ ਕਰਨਾ ਹੀ ਕਰਨਾ। ਜਿੰਨਾ ਤੁਹਾਨੂੰ ਸੰਤੁਸ਼ਟ ਰੱਖੇ, ਜਿੰਨੇ ਦੇ ਵਿੱਚ ਤੁਸੀਂ ਖੁਸ਼ ਅਤੇ ਰਿਫਰੈਸ਼ ਫੀਲ ਕਰੋ, ਤੁਸੀਂ ਓਨਾ ਕਰ ਸਕਦੇ ਹੋ। 15 ਮਿੰਟਾਂ 'ਚ ਵੀ ਹੋ ਸਕਦਾ, ਅੱਧੇ ਘੰਟੇ ਦਾ ਵੀ, ਘੰਟੇ ਦੀ ਵੀ ਹੋ ਸਕਦੀ ਹੈ। ਦੂਸਰੀ ਰਹੀ ਗੱਲ ਮੈਡੀਟੇਸ਼ਨ ਦੇ ਨਾਲ ਜੋ ਚੱਲਦੀ ਹੈ ਜਾਂ ਧਿਆਨ ਦੇ ਨਾਲ, ਉਹ ਸਿਟਿੰਗ ਦੀ, ਬੈਠਣ ਦੀ। ਕਈਆਂ ਨੂੰ ਬੈਠਣ ਦੀ ਆਦਤ ਨਹੀਂ ਹੁੰਦੀ ਅਤੇ ਬੈਠਣ ਦੀ ਬਹੁਤ ਹੀ ਜ਼ਿਆਦਾ ਇੱਕ ਪ੍ਰੋਬਲਮ ਬਣਦੀ ਹੈ। ਉਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾਂਦਾ ਕਿ ਉਹਨਾਂ ਤੋਂ ਟਿਕ ਕੇ ਨਹੀਂ ਬੈਠਿਆ ਜਾਂਦਾ, ਉਹਦਾ ਮਾਇੰਡ ਹੀ ਇੰਨਾ ਜ਼ਿਆਦਾ ਚੌਕਸ ਹੁੰਦਾ ਕਿ ਉਹਨਾਂ ਨੂੰ ਟਿਕਣ ਹੀ ਨਹੀਂ ਦਿੰਦਾ। ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਆਪਣੇ ਕੰਨਾਂ ਦੇ ਵਿੱਚ ਈਅਰਫੋਨ ਲਾ ਕੇ ਜਾਂ ਸਪੀਕਰ ਲਾ ਕੇ ਆਲੇ ਦੁਆਲੇ ਆਪਣੇ ਰੂਮ ਦੇ ਵਿੱਚ ਜਾਂ ਜਿਸ ਤਰ੍ਹਾਂ ਵੀ, ਜੋ ਵੀ ਤੁਹਾਨੂੰ ਚੰਗਾ ਲੱਗਦਾ, ਚਾਹੇ ਉਹ ਕੀਰਤਨ ਹੈ, ਚਾਹੇ ਉਹ ਤੁਹਾਡਾ ਕੋਈ ਹਿੰਦੂਆਂ ਦਾ ਭਜਨ ਹੈ, ਚਾਹੇ ਉਹ ਕੋਈ ਮੁਸਲਮਾਨਾਂ ਦਾ ਭਜਨ ਹੈ, ਜਿਸ ਤਰ੍ਹਾਂ ਦਾ ਵੀ ਤੁਹਾਡਾ ਧਰਮ ਹੈ ਅਤੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਲਗਾ ਕੇ ਤੁਸੀਂ ਬੈਠ ਸਕਦੇ ਹੋ। ਲਗਾ ਤੁਸੀਂ ਸੌਂਗ ਵਗੈਰਾ ਵੀ ਸਕਦੇ ਹੋ, ਗੀਤ ਵਗੈਰਾ ਵੀ ਲਗਾ ਕੇ ਬੈਠ ਸਕਦੇ ਹੋ, ਉਹਦਾ ਕੋਈ ਇਸ਼ੂ ਨਹੀਂ ਹੈ। ਬਟ ਜੋ ਧਿਆਨ ਦੇ ਵਿੱਚ ਆ ਰਹੇ ਨੇ ਬਿਗਿਨਰਸ ਨੇ ਅਤੇ ਜੋ ਰਿਲੀਜੀਅਸ ਟੈਂਡੈਂਸੀ ਰੱਖਦੇ ਨੇ, ਜਦੋਂ ਵੀ ਗੱਲ ਕੋਈ ਰਿਲੀਜਨ ਦੀ ਚੱਲਦੀ ਹੈ, ਧਰਮ ਦੀ ਚੱਲਦੀ ਹੈ, ਤਾਂ ਮਨ ਦੇ ਵਿੱਚ ਇੱਕ ਸਪਿਰਿਚੁਅਲਿਟੀ ਦਾ ਅਹਿਸਾਸ ਬਣ ਜਾਂਦਾ, ਜੋ ਕਿ ਆਪਣੀ ਮਾਇੰਡ ਦੀ ਕੰਡੀਸ਼ਨਿੰਗ ਕਰਕੇ ਇੱਕ ਬਣਾਇਆ ਹੋਇਆ। ਅਤੇ ਉਹ ਅਹਿਸਾਸ ਕੀ ਆ, ਜਦੋਂ ਬਣੇਗਾ ਤਾਂ ਤੁਸੀਂ ਇੱਕ ਜਗ੍ਹਾ 'ਤੇ ਬੈਠੋਗੇ। ਨਹੀਂ, ਅਗਰ ਤੁਹਾਨੂੰ ਕੋਈ ਰਿਲੀਜਨ ਦੇ ਨਾਲ ਕੋਈ ਤੁਹਾਡਾ ਲੈਣ ਦੇਣ ਨਹੀਂ ਹੈ ਅਤੇ ਉਹ ਅਹਿਸਾਸ ਤੁਹਾਡਾ ਆਪਣੇ 'ਤੇ ਖੁਦ 'ਤੇ ਡਿਪੈਂਡ ਹੈ, ਤਾਂ ਫਿਰ ਚਾਹੇ ਤੁਸੀਂ ਸੌਂਗ ਲਗਾ ਕੇ ਵੀ ਬੈਠ ਸਕਦੇ ਹੋ, ਕੋਈ ਇਸ਼ੂ ਨਹੀਂ ਹੈ। ਫਿਰ ਤਾਂ ਸਾਊਂਡ ਦੀ ਵੀ ਜ਼ਰੂਰਤ ਨਹੀਂ ਆਉਂਦੀ। ਸੋ ਉਹਦੇ ਬੈਠਣ ਦੇ ਲਈ ਤੁਸੀਂ ਕੀਰਤਨ ਹੋ ਗਿਆ ਜਾਂ ਧਾਰਮਿਕ ਸ਼ਬਦ ਹੋ ਗਏ, ਗਾਣੇ ਹੋ ਗਏ, ਜਾਂ ਕੁਛ ਵੀ ਜਿੱਦਾਂ ਦਾ ਤੁਹਾਨੂੰ ਪਸੰਦ ਹੈ, ਉਹ ਲਗਾ ਕੇ ਤੁਸੀਂ ਈਅਰਫੋਨਸ ਦੇ ਵਿੱਚ ਬੈਠ ਸਕਦੇ ਹੋ ਅਤੇ ਨਾਲ ਉਹਨੂੰ ਸੁਣਦੇ ਹੋਏ ਜਾਂ ਫਿਰ ਉਹਨਾਂ ਦੇ ਉੱਪਰ ਧਿਆਨ ਲਗਾ ਲਓ, ਜੋ ਵੀ ਸਾਊਂਡ ਚੱਲ ਰਿਹਾ, ਮਿਊਜ਼ਿਕ ਚੱਲ ਰਿਹਾ, ਉਹਦੇ ਉੱਪਰ ਧਿਆਨ। ਜਾਂ ਇਸ ਤੋਂ ਬਾਅਦ ਜੋ ਤੁਹਾਡੀ ਬਰੀਦਿੰਗ ਹੋ ਗਈ ਜਾਂ ਤੁਹਾਡੇ ਥਾਟਸ ਹੋ ਗਏ, ਉਹਨਾਂ ਦੇ ਉੱਪਰ ਵੀ ਧਿਆਨ ਹੋ ਗਿਆ। ਇੱਕ ਬੇਸਿਕਲੀ ਡਿਸਟਰੈਕਸ਼ਨ ਕ੍ਰੀਏਟ ਹੁੰਦੀ ਹੈ ਉਸ ਜੋ ਮਿਊਜ਼ਿਕ ਵਗੈਰਾ ਹੋ ਗਿਆ ਉਸ ਦੇ ਨਾਲ। ਹੁਣ ਆਪਾਂ ਗੱਲ ਕਰੀਏ ਜੋ ਇਸ ਤੋਂ ਬਾਅਦ ਦੇ ਨੇ, ਜੋ ਐਕਚੁਅਲੀ ਮੈਡੀਟੇਸ਼ਨ ਦੇ ਵਿੱਚ ਹੈਗੇ ਅਤੇ ਇਸ ਤੋਂ ਅੱਗੇ ਨੇਗੇ ਕਿ ਇਸ ਤੋਂ ਬਾਅਦ ਕੀ ਹੁੰਦਾ ਜਾਂ ਇਹ ਜਾਣਨਾ ਚਾਹੁੰਦੇ ਨੇ। ਇਸ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਕਿ ਅਗਰ ਤੁਸੀਂ ਇੰਨਾ ਸਿੰਪਲ ਬੈਠ ਰਹੇ ਹੋ ਤਾਂ ਮਾਇੰਡ ਸਟਿਲ ਹੋਣਾ ਸ਼ੁਰੂ ਹੋ ਜਾਏਗਾ। ਅਤੇ ਅਗਰ ਮਾਇੰਡ ਸਟਿਲ ਹੋਣਾ ਸ਼ੁਰੂ ਹੁੰਦਾ ਤਾਂ ਬਹੁਤ ਹੀ ਵੱਡੀ ਇੱਕ ਕੈਪੈਸਿਟੀ ਬਣ ਜਾਂਦਾ ਅਤੇ ਮਾਇੰਡ ਰਿਫਰੈਸ਼ ਹੋਣ ਲੱਗਦਾ ਆਪਣੇ ਆਪ। ਜਦੋਂ ਫਰੀ ਰਹਿੰਦਾ ਅਤੇ ਉਸਦੀ ਗਰੋਥ ਜ਼ਿਆਦਾ ਵੱਧ ਜਾਂਦੀ ਹੈ ਅਤੇ ਉਹ ਐਕਟਿਵ ਬਹੁਤ ਜ਼ਿਆਦਾ ਹੋ ਜਾਂਦਾ। ਫਿਰ ਇਸ ਦੇ ਨਾਲ ਤੁਸੀਂ ਥਰਡ ਆਈ ਮੈਡੀਟੇਸ਼ਨ ਵੀ ਸਟਾਰਟ ਕਰ ਸਕਦੇ ਹੋ। ਦੋਨੋਂ ਆਪਣੀਆਂ ਅੱਖਾਂ ਉੱਪਰ ਲਿਆ ਕੇ ਬਿਲਕੁਲ ਜੋ ਸਹੇਲੀਆਂ ਦੇ ਵਿਚਕਾਰ ਦਾ ਜੋ ਹਿੱਸਾ ਹੁੰਦਾ ਉਸ ਵੱਲ ਦੇਖਦੇ ਹੋਏ ਨਿਗਾਹ ਟਿਕਾਉਣੀ। ਅਗਰ ਅੱਖਾਂ ਬੰਦ ਕਰਕੇ ਨਾ ਹੋਵੇ ਤਾਂ ਤੁਸੀਂ ਉਹ ਅੱਖਾਂ ਨੂੰ ਖੋਲ੍ਹਦੇ ਹੋਏ ਉੱਪਰ ਦੇਖਦੇ ਹੋਏ ਬਿਲਕੁਲ ਆਪਣੀਆਂ ਜੋ ਸਹੇਲੀਆਂ ਹੁੰਦੀਆਂ ਨੇ ਉਸ ਦੇ ਵਿਚਕਾਰ ਨਿਗਾਹ ਟਿਕਾ ਕੇ ਦੇਖ ਸਕਦੇ ਹੋ। ਇਸ ਤੋਂ ਬਾਅਦ ਅੱਖਾਂ ਨੂੰ ਬੰਦ ਕਰਕੇ ਵੀ ਤੁਸੀਂ ਇਹ ਪ੍ਰੈਕਟਿਸ ਕਰ ਸਕਦੇ ਹੋ। ਕੋਈ ਮੈਡੀਟੇਸ਼ਨ ਦਾ ਕੋਈ ਲੰਬਾ ਚੌੜਾ ਪ੍ਰੋਸੈਸ ਨਹੀਂ ਹੈ। ਧਿਆਨ ਲਗਾਉਣ ਦਾ ਕੋਈ ਵੀ ਇੱਦਾਂ ਦਾ ਕੋਈ ਇਹ ਨਹੀਂ ਹੈ ਕਿ ਤੁਹਾਨੂੰ ਕੋਈ ਜੰਤਰ ਮੰਤਰ ਕਰਨੇ ਪੈਣਗੇ, ਕੁਛ ਵੀ ਨਹੀਂ ਹੈ। ਸਿੰਪਲ ਤੁਸੀਂ ਬੈਠਣਾ ਹੈ ਅਤੇ ਆਪਣੇ ਮਨ ਦੀ ਪ੍ਰਕਿਰਿਆ ਨੂੰ ਦੇਖਣਾ ਹੈ ਕਿ ਉਹ ਕੀ ਕਰਦਾ, ਕਿਵੇਂ ਕਰਦਾ। ਇਸ ਤੋਂ ਬਾਅਦ ਕੋਈ ਗਾਈਡਲਾਈਨਸ ਦੀ ਜ਼ਰੂਰਤ ਨਹੀਂ। ਜਿਵੇਂ ਜਿਵੇਂ ਤੁਸੀਂ ਕਰਦੇ ਜਾਓਗੇ ਅਤੇ ਜਿਵੇਂ ਅੱਗੇ ਟਾਈਮ ਜਾਂਦਾ ਜਾਏਗਾ, ਤੁਸੀਂ ਦੇਖੋਗੇ ਕਿ ਆਪਣੇ ਆਪ ਹੀ ਤੁਹਾਡੀਆਂ ਪ੍ਰਕਿਰਿਆ ਦੇ ਵਿੱਚ ਸੁਧਾਰ ਆ ਰਿਹਾ ਅਤੇ ਆਪਣੇ ਆਪ ਹੀ ਮੈਡੀਟੇਸ਼ਨ ਹੈ ਜੋ ਆਪਣਾ ਕੰਮ ਕਰ ਰਹੀ ਹੈ। ਸੋ ਅੱਜ ਦੇ ਲਈ ਇੰਨਾ ਜੀ। ਫਿਰ ਕੋਈ ਸਬੱਬ ਬਣਿਆ ਤਾਂ ਅਗਾਂਹ ਆਪਾਂ ਕਿਸੇ ਹੋਰ ਟੌਪਿਕ ਬਾਰੇ ਅਗਾਂਹ ਗੱਲ ਕਰਾਂਗੇ।